ਫਿਰ 2009 ਦੇ ਵਿੱਚ ਲੁਧਿਆਣੇ ਵਿੱਚ ਆਸ਼ੂਤੋਸ਼ ਕਾਂਡ ਜਿਹੜਾ ਹੋਇਆ, ਹਾਂਜੀ, ਉਹਦੇ ਵਿੱਚ ਵੀ ਅਸੀਂ ਬਿਲਕੁਲ ਅਗਲੀ ਕਤਾਰ ਦੇ ਵਿੱਚ ਖੜੇ ਸੀ ਤੇ ਮੇਰੇ ਬਿਲਕੁਲ ਆ ਦਮਾਲੇ ਦੇ ਉੱਤੇ ਚੰਦ ਲੱਗਾ ਹੁੰਦਾ, ਚੰਦ ਤੋੜਾ ਇੱਥੋਂ ਬਿਲਕੁਲ ਗੋਲੀ ਜੀ ਨਿਕਲ ਕੇ ਗਈ। ਤੇ ਫਿਰ ਦਾਸ ਨੇ ਵੱਲੋਂ ਖਾਲਸਤਾਨੀ ਢਾਬਾ ਖੋਲ੍ਹਿਆ ਗਿਆ, ਜੋ ਕਿ ਢਾਬਾ ਖੋਲ੍ਹਿਆ ਸੀ ਤੁਸੀਂ? ਬਿਲਕੁਲ ਜੀ, ਖਾਲਸਤਾਨੀ ਢਾਬਾ ਖੋਲ੍ਹਿਆ। ਕਿੱਥੇ ਖੋਲ੍ਹਿਆ ਸੀ? ਇਹ ਅਜਨਾਲਾ ਰੋਡ ਤੇ, ਏਅਰਪੋਰਟ ਰੋਡ ਤੇ ਜੀ, ਪਲਾਹ ਸਾਹਿਬ ਰੋਡ ਗੁਰਦੁਆਰਾ ਸਾਹਿਬ ਹੈ ਨਾ। ਹਾਂਜੀ, ਕਦੋਂ ਦੀ ਗੱਲ? ਹਾਂਜੀ, ਤੇ ਇਹ ਵੀ 2009 ਦੇ ਵਿੱਚ ਅਸੀਂ ਖੋਲ੍ਹਿਆ ਸੀ ਜੀ। ਮੇਰੇ ਖਿਆਲ ਨਾਲ ਇਹ ਕੋਈ ਪਹਿਲਾ ਕੰਮ ਹੋਏਗਾ ਜਾਂ ਕਾਰੋਬਾਰ ਹੋਏਗਾ ਜਿਹੜਾ ਖਾਲਿਸਤਾਨ ਦੇ ਨਾਮ ਤੇ ਬਿਲਕੁਲ ਖੋਲ੍ਹਿਆ ਜੀ, ਗਿਆ। ਪੂਰੇ ਇੰਡੀਆ ਵਿੱਚ, ਵਿਸ਼ਵ ਦੇ ਵਿੱਚ ਕੋਈ ਐਸੀ ਕੋਈ ਦੁਕਾਨ ਲਾ ਲਓ ਜਾਂ ਕੋਈ ਪੈਲਸ ਜਾਂ ਕੁਝ ਵੀ, ਈਵਨ ਕੋਈ ਵੀ ਮਤਲਬ ਉਹ ਜਿਹਾ ਕੋਈ ਪਲੇਸ ਨਹੀਂ ਹੈ ਜੀ ਵੀ ਜਿਹੜਾ ਇੱਥੇ ਖੁੱਲਿਆ ਹੋਵੇ ਖਾਲਿਸਤਾਨ ਦੇ ਨਾਂ ਤੇ। ਫਿਰ ਉਸ ਤੇ ਮੈਨੂੰ ਬੜਾ ਇਹਨਾਂ ਨੇ ਪਰੇਸ਼ਾਨ ਕੀਤਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਪਿਆਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਆਪਣਾ ਸਾਂਝਾ ਪੰਜਾਬ ਟੀਵੀ। ਅੱਜ ਦੀ ਗੱਲਬਾਤ ਦੌਰਾਨ ਸਾਡੇ ਨਾਲ ਨੇ ਭਾਈ ਸਾਹਿਬ ਭਾਈ ਗੁਰਬਾਜ ਸਿੰਘ ਜੀ ਉਰਫ ਭਾਈ ਬਾਜ ਸਿੰਘ ਜੀ। ਲੰਬੇ ਸਮੇਂ ਤੋਂ ਭਾਈ ਬਾਜ ਸਿੰਘ ਜੀ ਪੰਥਕ ਸਰਗਰਮੀਆਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਰਹੇ ਨੇ। ਤਕਰੀਬਨ ਦਾਸ ਵੀ ਭਾਈ ਸਾਹਿਬ ਨੂੰ 16 ਸਾਲ ਤੋਂ ਇਹਨਾਂ ਪੰਥਕ ਸਰਗਰਮੀਆਂ ਦੇ ਵਿੱਚ ਦੇਖਦਾ ਆ ਰਿਹਾ ਆ। ਭਾਈ ਸਾਹਿਬ ਜੀ ਦੀ ਬਹੁਤ ਵੱਡੀ ਕੁਰਬਾਨੀ ਆ ਤੇ ਕਦੇ ਵੀ ਉਹਨਾਂ ਨੇ ਫਿਕਰ ਨਹੀਂ ਕੀਤਾ ਕਿ ਮੈਂ ਜਿਹੜੀਆਂ ਸਿੱਖ ਸੰਘਰਸ਼ ਦੀਆਂ ਸਰਗਰਮੀਆਂ ਦੇ ਵਿੱਚ ਵੱਧ ਚੜ੍ਹ ਕੇ ਭਾਗ ਲੈ ਰਿਹਾ ਆ। ਪੁਲਿਸ ਮੇਰੇ ਨਾਲ ਵਤੀਰਾ ਕੀ ਕਰਦੀ ਏ। ਮੈਨੂੰ ਅੱਜ ਵੀ ਯਾਦ ਆ ਕਿ ਜਦੋਂ 2012 ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਮਾਮਲਾ ਬੜੇ ਸਿਖਰਾਂ ਦੇ ਉੱਤੇ ਸੀ, ਉਦੋਂ ਭਾਈ ਬਾਜ ਸਿੰਘ ਜੀ ਨੇ ਬੜੀਆਂ ਸੇਵਾਵਾਂ ਨਿਭਾਈਆਂ। ਪੁਲਿਸ ਪ੍ਰਸ਼ਾਸਨ ਅਤੇ CID ਭਾਈ ਸਾਹਿਬ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਸੀ। ਉਸ ਦੌਰਾਨ ਭਾਈ ਸਾਹਿਬ ਨੂੰ ਕਾਫੀ ਵਾਰੀ ਪੁਲਿਸ ਹਿਰਾਸਤ ਦੇ ਵਿੱਚ ਵੀ ਰਹਿਣਾ ਪਿਆ। ਜੇਕਰ ਭਾਈ ਦਵਿੰਦਰਪਾਲ ਸਿੰਘ ਜੀ ਭੁੱਲਰ ਪ੍ਰੋਫੈਸਰ ਸਾਹਿਬ ਜੀ ਦੀ ਫਾਂਸੀ ਦੀ ਗੱਲ ਚੱਲੀ ਸੀ, ਮਾਮਲਾ ਜਦੋਂ ਉੱਠਿਆ ਸੀ, ਭਖਿਆ ਸੀ, ਉਦੋਂ ਵੀ ਭਾਈ ਸਾਹਿਬ ਨੇ ਵੱਧ ਚੜ੍ਹ ਕੇ ਹਿੰਦੁਸਤਾਨ ਦੀ ਹਕੂਮਤ ਦਾ ਵਿਰੋਧ ਕੀਤਾ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ। ਚਾਹੇ ਭਾਈ ਗੁਰਬਖਸ਼ ਸਿੰਘ ਜੀ ਭੁੱਖ ਹੜਤਾਲ ਤੇ ਬੈਠੇ, ਭਾਈ ਸੂਰਤ ਸਿੰਘ ਜੀ ਬਾਪੂ ਜੀ ਬੈਠੇ, ਉਦੋਂ ਵੀ ਭਾਈ ਸਾਹਿਬ ਜੀ ਵੱਧ ਚੜ੍ਹ ਕੇ ਕੌਮੀ ਸੇਵਾਵਾਂ ਨਿਭਾਉਂਦੇ ਰਹੇ। ਜਦੋਂ ਇੱਥੇ ਅਡਵਾਨੀ ਆਇਆ ਸੀ, ਉਦੋਂ ਵੀ ਭਾਈ ਸਾਹਿਬ ਨੇ ਉਹਦੀ ਰੱਥ ਯਾਤਰਾ ਦਾ ਬੜਾ ਭਾਰੀ ਵਿਰੋਧ ਕੀਤਾ ਸੀ। ਤੇ ਹੁਣ ਤਕਰੀਬਨ 27-28 ਦਿਨਾਂ ਤੋਂ ਭਾਈ ਬਾਜ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਬਹਾਲ ਕਰਵਾਉਣ ਵਾਸਤੇ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਦੇ ਵਾਸਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅੱਗੇ ਲੱਗੇ ਹੋਏ ਮੋਰਚੇ ਦੇ ਵਿੱਚ ਡਟੇ ਹੋਏ ਨੇ, ਦਿਨ ਰਾਤ ਡਟੇ ਹੋਏ ਨੇ। ਪਹਿਲੇ ਦਿਨ ਤੋਂ ਹੀ ਭਾਈ ਸਾਹਿਬ ਜੀ ਮੋਰਚੇ ਦੇ ਵਿੱਚ ਹਾਜ਼ਰੀ ਭਰ ਰਹੇ ਨੇ ਤੇ ਘਰ ਨਹੀਂ ਜਾਂਦੇ। ਭਾਈ ਸਾਹਿਬ ਜੀ ਇੱਥੇ ਹੀ ਡਟੇ ਹੋਏ ਨੇ ਕਿ ਜਿੰਨਾ ਚਿਰ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਹੁੰਦੀਆਂ, ਜਿੰਨਾ ਚਿਰ ਤੱਕ ਇਹ ਜਿਹੜਾ ਮੋਰਚਾ ਫਤਿਹ ਨਹੀਂ ਹੁੰਦਾ, ਭਾਈ ਸਾਹਿਬ ਜੀ ਇੱਥੇ ਹੀ ਦਿਨ ਰਾਤ ਕੌਮੀ ਸੇਵਾਵਾਂ ਦੇ ਵਿੱਚ ਤਤਪਰ ਨੇ। ਅੱਜ ਅਸੀਂ ਭਾਈ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਭਾਈ ਸਾਹਿਬ ਦੇ ਨਾਲ ਫਤਿਹ ਦੀ ਸਾਂਝ ਕਰਦੇ ਹਾਂ ਤੇ ਨਾਲ ਹੀ ਅਸੀਂ ਉਹਨਾਂ ਦੇ ਪਿਛੋਕੜ ਬਾਰੇ ਜਾਣਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ। ਤੁਸੀਂ ਸਾਡੇ ਨਾਲ ਗੱਲਬਾਤ ਦੌਰਾਨ ਵੱਧ ਚੜ੍ਹ ਕੇ ਆਏ ਹੋ ਤੇ ਅੱਜ ਦੀ ਗੱਲਬਾਤ ਦੇ ਦੌਰਾਨ ਤੁਸੀਂ ਸਾਡੇ ਵਿੱਚ ਸ਼ਾਮਲ ਹੋ। ਤੇ ਭਾਈ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਆਪਣੇ ਪਿਛੋਕੜ ਬਾਰੇ ਦੱਸੋ ਕਿ ਤੁਸੀਂ ਗੁਰਸਿੱਖੀ ਜੀਵਨ ਕਦੋਂ ਧਾਰਨ ਕੀਤਾ? ਤੁਹਾਡੇ ਮਾਤਾ ਪਿਤਾ ਜੀ ਕਿ ਉਹ ਵੀ ਗੁਰਸਿੱਖੀ ਜੀਵਨ ਦੇ ਵਿੱਚ ਨੇ? ਸਿੱਖੀ ਤੁਹਾਡੇ ਪਰਿਵਾਰ ਦੇ ਵਿੱਚ ਕਦੋਂ ਤੋਂ ਆ? ਸਿੱਖੀ ਜੀ 1996 ਦੇ ਵਿੱਚ ਦਾਸ ਨੇ ਅੰਮ੍ਰਿਤ ਛਕਿਆ ਜੀ। ਮੇਰੇ ਮਾਤਾ ਜੀ ਵੀ ਅੰਮ੍ਰਿਤਧਾਰੀ ਨੇ, ਪਿਤਾ ਜੀ ਸਾਡੇ ਟਰਾਂਸਪੋਰਟਰ ਸਨ ਜੀ। ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪੂਰਨ ਸੰਥਿਆ ਲਈ ਜੀ ਦਿੱਲੀ ਰਹਿ ਕੇ ਸਾਡੇ ਚਾਚਾ ਜੀ ਭਾਈ ਕੁਲਵੰਤ ਸਿੰਘ ਜੀ ਉਹ ਚੜ੍ਹਾਈ ਕਰ ਗਏ ਨੇ। ਹਾਂਜੀ। ਨਿਹੰਗ ਸਿੰਘ ਸਨ ਬੁੱਢੇ ਦਲ ਦੇ ਔਰ ਬਹੁਤ ਗੁਰਬਾਣੀ ਦੇ ਕੀਰਤਨ ਦੇ ਰਸੀਏ ਸਨ। ਉਹਨਾਂ ਕੋ ਗੁਰਬਾਣੀ ਦੀ ਸੰਥਿਆ ਲਈ ਤੇ ਜਿਸ ਤਰ੍ਹਾਂ ਵੀ ਸਾਡੇ ਮਾਤਾ ਪਿਤਾ ਨੇ ਸਾਨੂੰ ਸਮਝਾਇਆ, ਸਿੱਖ ਕੌਮ ਦੀਆਂ ਜੋ ਵੀ
ਸ਼ੁਰੂ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਅੱਜ ਤੱਕ ਜੋ ਵਰਤਮਾਨ ਸਮਾਂ ਚੱਲ ਰਿਹਾ ਹੈ ਜੀ, ਜੋ ਵੀ ਸ਼ਹੀਦੀਆਂ ਹੋਈਆਂ, ਘੱਲੂਘਾਰੇ ਹੋਏ, ਸਾਨੂੰ ਛੋਟਿਆਂ ਨੂੰ, ਭੈਣਾਂ ਭਰਾਵਾਂ ਨੂੰ ਸਾਨੂੰ ਉਹ ਪੜ੍ਹਾਉਂਦੇ ਰਹੇ, ਸਮਝਾਉਂਦੇ ਰਹੇ ਕਿ ਗੁਰਸਿੱਖੀ ਦਾ ਪੱਲਾ ਫੜ ਕੇ ਰੱਖਿਓ। ਤੁਹਾਡੇ ਵੱਡੇ ਭਾਗ ਨੇ ਕਿ ਜਿਹੜੇ ਗੁਰਸਿੱਖਾਂ ਦੇ ਘਰ ਤੁਹਾਡੇ ਜਨਮ ਹੋਏ ਨੇ। ਤੁਹਾਡੇ ਮਾਤਾ ਪਿਤਾ ਜੀ ਨੇ ਤੁਹਾਨੂੰ ਪ੍ਰੇਰਨਾ ਦਿੱਤੀ? ਬਿਲਕੁਲ ਬਿਲਕੁਲ ਜੀ, ਧੰਨਤਾ ਦੇ ਯੋਗ ਹੈ। ਬਿਲਕੁਲ ਸਾਡੇ ਮਾਤਾ ਜੀ ਅੱਜ ਵੀ ਤੁਸੀਂ ਜਾ ਕੇ ਦੇਖਿਓ, ਬਿਲਕੁਲ ਉਹ ਕਿਸੇ ਚੀਜ਼ ਨੂੰ ਵੀ ਸਾਡੇ ਘਰ 'ਚ ਐਂਟਰ ਨਹੀਂ ਕਰਨ ਦਿੰਦੇ, ਕਿਸੇ ਚੀਜ਼ ਮਾੜੀ ਨੂੰ ਜਾਂ ਕੋਈ, ਤੁਸੀਂ ਸਭ ਜਾਣਦੇ ਹੋ ਤੁਸੀਂ ਜੀ। ਤੇ ਉਹਨਾਂ ਦਾ ਵੀ ਜਿਹੜਾ ਗਾਂ ਸੰਬੰਧ ਵੀ ਨੇ ਉਹਨਾਂ ਦੇ ਅੰਮ੍ਰਿਤ ਧਾਰੀਆਂ ਦੇ ਨਾਲ ਨੇ। ਸਾਡੇ ਮਾਸੀ ਜੀ ਨੇ ਇੱਕ ਉਹ ਰਾਧਾ ਸਵਾਮੀਆਂ ਦੇ ਨਾਲ ਉਹਨਾਂ ਦੇ ਲਿੰਕ ਨੇ। ਅਸੀਂ ਮੇਰੀ ਜਦੋਂ ਦੀ ਸੰਭਾਲ ਹੈ ਅਸੀਂ ਉਹਨਾਂ ਨੂੰ ਅਜੇ ਤੱਕ ਕਦੀ ਮਿਲੇ ਨਹੀਂ ਗਏ। ਹਾਂਜੀ ਜੀ। ਸਾਡਾ ਗੁਰੂ ਨਾਨਕ ਦੇ ਘਰ ਨਾਲ ਐਡਾ ਸ਼ੁਰੂ ਤੋਂ ਸਨੇਹ ਰਿਹਾ ਆ ਜੀ। ਤੇ ਦਾਸ ਜੋ ਇਸ ਸੰਘਰਸ਼ ਦੇ ਵਿੱਚ ਆਇਆ, ਜਦੋਂ ਭਾਈ ਸਾਹਿਬ ਤੁਸੀਂ ਅੰਮ੍ਰਿਤਧਾਰੀ ਕਦੋਂ ਹੋਏ? ਅੰਮ੍ਰਿਤਧਾਰੀ ਜੀ 1996 ਦੇ ਵਿੱਚ ਹੋਇਆ। 1996 ਦੇ ਵਿੱਚ? ਬਿਲਕੁਲ ਜੀ। ਉਸ ਤੋਂ ਬਾਅਦ ਫਿਰ ਸੰਥਿਆ ਲਈ ਜੀ, ਗੁਰਬਾਣੀ ਦੀ ਸੰਥਿਆ ਲਈ। ਤੁਹਾਡਾ ਜੱਦੀ ਨਗਰ ਕਿਹੜਾ ਹੈ ਜੀ? ਜੱਦੀ ਨਗਰ ਜੀ ਮੇਰਾ ਪਟਿਆਲੇ ਦੇ ਲਾਗੇ ਪਿੰਡ ਪੈਂਦਾ ਜੀ ਜੀ। ਤੇ ਡਿਸਟ੍ਰਿਕਟ ਸਾਨੂੰ ਪਟਿਆਲਾ ਪੈਂਦਾ, ਪਰ ਜ਼ਿਆਦਾ ਮੇਰਾ ਜਿਹੜਾ ਜੀਵਨ ਹੈ ਉਹ ਸੱਚਖੰਡ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਦੀ ਧਰਤੀ ਅੰਮ੍ਰਿਤਸਰ ਸਾਹਿਬ ਵਿਖੇ ਗੁਜ਼ਰਿਆ। ਮੈਂ ਕਾਫੀ ਸਮੇਂ ਤੋਂ ਤੁਹਾਨੂੰ ਇੱਥੇ ਦੇਖਦਾ ਆ ਰਿਹਾ ਹਾਂ। ਜਦੋਂ ਵੀ ਕੋਈ ਕੌਮ ਦਾ ਸੰਘਰਸ਼ ਉੱਠਦਾ ਆ, ਤੁਸੀਂ ਹਮੇਸ਼ਾ ਹੀ ਮੂਹਰੇ ਹੋ ਕੇ ਭਾਗ ਲੈਂਦੇ ਹੋ। ਮੈਂ ਇੱਥੋਂ ਤੱਕ ਵੀ ਦੇਖਿਆ ਕਈ ਸਰਗਰਮੀਆਂ ਦੇ ਵਿੱਚ ਕਿ ਤੁਸੀਂ ਆਪਣੇ ਜਾਨ ਦੀ ਪਰਵਾਹ ਵੀ ਨਹੀਂ ਕਰਦੇ। ਇਹ ਗੁਰੂ ਹਰਗੋਬਿੰਦ ਸਾਹਿਬ ਜਜ਼ਬਾ ਤੁਹਾਡੇ ਵਿੱਚ ਕਿੱਥੋਂ ਪ੍ਰਚੰਡ ਹੋਇਆ ਆ? ਇਹ ਪ੍ਰਚੰਡ ਹੋਇਆ ਜੀ, ਅਸੀਂ 20ਵੀਂ ਸਦੀ ਦੇ ਮਹਾਨ ਯੋਧੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਵਾਹਿਗੁਰੂ, ਦਮਦਮੀ ਟਕਸਾਲ ਦੇ 14ਵੇਂ ਮੁਖੀ, ਕਹਿਣੀ ਕਥਨੀ ਤੇ ਕਰਨੀ ਦੇ ਪੱਕੇ ਜੀ, ਉਹਨਾਂ ਤੋਂ ਅਸੀਂ ਪ੍ਰੇਰਿਤ ਹੋਏ। ਉਹਨਾਂ ਦੀਆਂ ਵੀਡੀਓਜ਼ ਦੇਖਦੇ ਰਹਿੰਦੇ ਸੀਗੇ ਜੀ। ਮਨ ਵਿੱਚ ਬੜਾ ਚਾਅ ਆਉਂਦਾ ਸੀ ਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਜਦੋਂ ਵੀ ਅਕਾਲ ਤਖਤ ਸਾਹਿਬ ਆਉਣਾ, ਇਹੋ ਅਰਦਾਸ ਕਰਨੀ ਕਿ ਸਤਿਗੁਰੂ ਜੀ ਜੋ ਅੱਜ ਵੀ ਨਿਰੰਤਰ ਜਾਰੀ ਹੈ ਜੀ, ਕਿ ਇਹ ਜਿਹੜਾ ਜੀਵਨ ਹੈ, ਇਹ ਜਿਹੜਾ ਮਿੱਟੀ ਦਾ ਭਾਂਡਾ ਹੈ ਸਤਿਗੁਰੂ, ਇਹ ਸਰੀਰ ਹੈ, ਇਹ ਤੇਰੇ ਚਰਨਾਂ ਦੇ ਵਿੱਚ ਲੱਗਾ ਰਵੇ ਤੇ ਕਿਤੇ ਸੰਘਰਸ਼ ਦੇ ਵਿੱਚ ਖਾਲਸਾਈ ਰਵਾਇਤਾਂ ਜੋ ਕਰਦੇ ਆਏ ਨੇ ਖਾਲਸੇ, ਉਹਨਾਂ ਦੇ ਤਹਿਤ ਸਾਨੂੰ ਸ਼ਹੀਦ ਵੀ ਹੋਣਾ ਪਵੇ ਤੇ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ ਅਸੀਂ ਸ਼ਹੀਦੀਆਂ ਪ੍ਰਾਪਤ ਕਰ ਜਾਵਾਂਗੇ ਜੀ। ਭਾਈ ਸਾਹਿਬ, ਮੈਂ ਲੰਬੇ ਸਮੇਂ ਤੋਂ ਦੇਖਦਾ ਆ ਰਿਹਾ ਕਿ ਜਦੋਂ ਕੋਈ ਦਲ ਖਾਲਸਾ ਵੱਲੋਂ ਪ੍ਰੋਗਰਾਮ ਹੁੰਦਾ ਤੁਸੀਂ ਉੱਥੇ ਵੀ ਜਾਂਦੇ ਹੋ, ਚਾਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਵੱਲੋਂ ਹੋਵੇ, ਚਾਹੇ ਸਾਡੀ ਜਥੇਬੰਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਹੋਵੇ, ਕਿਸੇ ਵੀ ਜਥੇਬੰਦੀ ਦਾ ਪ੍ਰੋਗਰਾਮ ਹੋਵੇ, ਤੁਸੀਂ ਆਪਣਾ ਜਿਹੜਾ ਫਰਜ਼ ਸਮਝ ਕੇ ਹਮੇਸ਼ਾ ਉਸ ਸਰਗਰਮੀ ਦੇ ਵਿੱਚ ਭਾਗ ਲੈਂਦੇ ਹੋ। ਤੁਸੀਂ ਆਪ ਵੀ ਨਿੱਜੀ ਤੌਰ ਤੇ ਵੀ ਕਿਸੇ ਜਥੇਬੰਦੀ ਦੇ ਵਿੱਚ ਸ਼ਾਮਲ ਹੋ ਪੱਕੇ ਤੌਰ ਤੇ, ਜਾਂ ਤੁਸੀਂ ਆਪ ਵੀ ਕੋਈ ਜਥੇਬੰਦੀ ਬਣਾਈ ਹੋਈ ਹੈ? ਦੂਜੀ ਗੱਲ, ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਕਿ ਕਈ ਸਿੰਘਾਂ ਦੇ ਮਨ ਦੇ ਵਿੱਚ ਹੁੰਦਾ ਕਿ ਇਹ ਦਲ ਖਾਲਸਾ ਦਾ ਪ੍ਰੋਗਰਾਮ ਅਸੀਂ ਨਹੀਂ ਜਾਣਾ, ਇਹ ਮਾਨ ਦਲ ਦਾ ਪ੍ਰੋਗਰਾਮ ਅਸੀਂ ਨਹੀਂ ਜਾਣਾ। ਉਹ ਆਪੋ ਆਪਣੀਆਂ ਜਥੇਬੰਦੀਆਂ ਦੇ ਪ੍ਰੋਗਰਾਮ ਤਹਿਤ ਹੀ ਉਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਂਦੇ ਆ, ਪਰ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਮਨ ਦੇ ਵਿੱਚ ਕੋਈ ਇਦਾਂ ਦੀ ਹੋਵੇ। ਪੰਥ ਦਾ ਕੋਈ ਵੀ ਪ੍ਰੋਗਰਾਮ ਹੋਵੇ, ਕਿਸੇ ਵੀ ਜਥੇਬੰਦੀ ਨੇ ਦਿੱਤਾ ਹੋਵੇ, ਮੈਂ ਤੁਹਾਨੂੰ ਹਮੇਸ਼ਾ ਵੱਧ ਚੜ੍ਹ ਕੇ ਅੱਗੇ ਦੇਖਦਾ। ਜਿਵੇਂ ਕਿ ਇੱਥੇ ਸਤਿਕਾਰ ਕਮੇਟੀਆਂ ਦੇ ਸਿੰਘਾਂ ਨੇ ਮੋਰਚਾ ਲਾਇਆ ਹੋਇਆ, ਇੱਥੇ ਵੀ ਤੁਸੀਂ ਡਟੇ ਹੋਏ ਹੋ, ਇਸ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਮੈਂ ਸਤਿਕਾਰ ਕਮੇਟੀ ਨੂੰ ਅਖਬਾਰਾਂ 'ਚ ਪੜ੍ਹਦਾ ਰਿਹਾ ਜੀ, ਸੁਣਦਾ ਰਿਹਾ ਔਰ ਤਸਵੀਰਾਂ ਦੇਖਦਾ ਰਿਹਾ, ਪਰ ਮੇਰੇ ਮਨ 'ਚ ਜਿਹੜਾ ਚਾਅ ਆ ਕਿ ਸਤਿਗੁਰਾਂ ਦੀ ਬਾਣੀ ਵਾਲੇ ਸ਼ਬਦ ਨੇ, ਹੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੀ ਹੋਵੋ ਜੋਰੀ, ਗੁਰਮੁਖ ਬੈਸੋ ਸਫਾ ਵਿਛਾਏ। ਜੋ ਗੁਰੂ ਨਾਨਕ ਦਾ ਫਲਸਫਾ, ਉੱਤੇ ਅਸੀਂ ਬਿਲਕੁਲ ਉਹਨਾਂ ਦੇ ਫਲਸਫੇ ਦੇ ਫੁੱਲ ਚੜਾਉਂਦਿਆਂ ਹੋਇਆ ਮੈਂ ਅੱਜ ਤੱਕ ਕਦੀ ਵੀ ਇਹ ਨਹੀਂ ਸੋਚਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਇਹ ਦਲ ਖਾਲਸਾ ਹੈ। ਮੈਂ ਸਿਰਫ ਇਹ ਦੇਖਿਆ ਕਿ ਇਹ ਸਾਡੇ ਖਾਲਸਾ ਪੰਥ ਇੱਕ ਫੌਜ ਹੈ ਤੇ ਅਸੀਂ ਉਸ ਫੌਜ ਦੇ ਹਿੱਸੇ ਹਾਂ ਜੀ। ਤੇ ਜਦੋਂ ਕੋਈ ਵੀ ਜਰਨੈਲ ਆ ਸਾਡਾ, ਅਸੀਂ ਉਹਨਾਂ ਜਰਨੈਲਾਂ ਦਾ ਬੜਾ ਅਦਬ ਸਤਿਕਾਰ ਕਰਦੇ ਹਾਂ, ਚਾਹੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨੇ, ਦਲ ਖਾਲਸਾ ਦੇ ਭਾਈ ਗਜਿੰਦਰ ਸਿੰਘ ਜੀ ਨੇ, ਫੈਡਰੇਸ਼ਨ ਦੇ ਭਾਈ ਗੋਪਾਲਾ ਜੀ ਨੇ, ਭਾਈ ਗੋਪਾਲਾ ਜੀ ਨਾਲ ਵੀ ਅਸੀਂ ਵਿਚਰੇ ਹਾਂ, ਉਹਨਾਂ ਦਾ ਸੁਭਾਅ ਵੀ ਬੜਾ ਵਧੀਆ ਤੇ ਉਹਨਾਂ ਨੇ ਜੋ ਵੀ ਸਾਨੂੰ ਆਰਡਰ ਲਾਇਆ ਜਾਂ ਹੁਕਮ ਲਾਇਆ, ਅਸੀਂ ਉਸ ਗੁਰੂ ਦੇ ਭਾਣੇ ਨੂੰ ਮੰਨ ਕੇ ਅਸੀਂ ਅਗਾਂਹ ਤੁਰੇ ਹਾਂ ਤੇ ਪਿੱਛੇ ਪੈਰ ਨਹੀਂ ਕਦੀ ਪੁੱਟਿਆ ਜੀ। ਜੇ 2004 ਦੇ ਵਿੱਚ ਮੈਂ ਜਰਮਨ ਦੇ ਵਿੱਚ ਗਿਆ, ਜਿੱਥੋਂ ਜ਼ਿਆਦਾ ਮੈਨੂੰ ਲਗਨ ਭਾਈ ਸਾਹਿਬ ਦੀ ਲੱਗੀ ਆ ਕਿ ਜਰਮਨ ਦੇ ਵਿੱਚ ਬੜੇ ਗੁਰਮੁਖ ਪਿਆਰੇ ਸਿੰਘ ਰਹਿੰਦੇ ਨੇ, ਉਹਨਾਂ ਨੇ ਸਾਡੇ ਨਾਲ ਬੈਠੇ, ਗੱਲਾਂ ਬਾਤਾਂ ਹੋਈਆਂ ਤੇ ਅਸੀਂ ਜਿਹੜੀ ਇਹ ਕਲਮ ਦੀ ਜੋ ਲੜਾਈ ਹੈ ਨਾ,
ਇਹੋ ਸ਼ੁਰੂ ਤੋਂ ਕੀਤੀ ਆ। ਇਹੋ ਸੋਚਿਆ ਕਿ ਸਾਡੇ ਬੜਾ ਪਹਿਲਾਂ ਨੁਕਸਾਨ ਹੋਇਆ ਤੇ ਅਸੀਂ ਕਲਮ ਦੇ ਨਾਲ ਹੀ ਇਹਨਾਂ ਜਿਹੜੇ ਦੁਸ਼ਟ ਨੇ ਸਾਡੇ ਪੰਥ ਦੇ ਉੱਤੇ ਜਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਉੱਤੇ ਜ਼ੁਲਮ ਕਰਦੇ ਨੇ ਜਾਂ ਕੀਤੇ ਨੇ ਜਾਂ ਹੁਣ ਕਰਦੇ ਆ ਰਹੇ ਨੇ ਜੀ ਜੀ ਜੀ, ਇਹਨਾਂ ਨੂੰ ਕਲਮ ਦੇ ਨਾਲ ਅਸੀਂ ਕਿਸ ਤਰ੍ਹਾਂ ਸਮੇਟਣਾ ਹੈ ਉਹ ਹਮੇਸ਼ਾ ਮਨ ਦੇ ਵਿੱਚ ਹੁੰਦਾ ਹੈ। ਨਾ ਕਿ ਅਸੀਂ ਕਦੀ ਕਿਹਾ ਕਿ ਤੁਸੀਂ ਬੱਚਿਆਂ ਨੂੰ ਵੀ ਸਮਝਾਈਦਾ ਕਿ ਤੁਸੀਂ ਹਥਿਆਰਬੰਦ ਹੋਵੋ, ਜੇਕਰ ਹਥਿਆਰਬੰਦ ਹੋਣ ਦੀ ਲੋੜ ਪੈਂਦੀ ਆ ਤੇ ਉਸ ਤੋਂ ਵੀ ਅਸੀਂ ਕਦੀ ਪਿੱਛੇ ਨਹੀਂ ਹਟਾਂਗੇ। ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਦੇ ਬਦਲੇ ਅਸੀਂ ਆਪਣਾ ਆਪਾ ਵੀ ਵਾਰਨ ਨੂੰ ਬਿਲਕੁਲ ਤਿਆਰ ਖੜੇ ਹਾਂ। ਭਾਈ ਸਾਹਿਬ, ਤੁਸੀਂ ਕਿਹੜੀਆਂ ਸਰਗਰਮੀਆਂ ਦੇ ਵਿੱਚ ਜਿਹੜਾ ਭਾਗ ਲਿਆ, ਜਿਹੜੀਆਂ ਮੇਨ ਤੌਰ ਤੇ ਤੁਹਾਨੂੰ ਯਾਦ ਵੀ ਹੋਣ? ਵੈਸੇ ਤਾਂ ਪੰਥ ਦੀ ਹਰੇਕ ਸਰਗਰਮੀ ਦੇ ਵਿੱਚ ਹੀ ਦਾਸ ਤੁਹਾਨੂੰ ਦੇਖਦਾ ਆ ਰਿਹਾ, ਦੇਸ਼ ਵਿਦੇਸ਼ ਦੀਆਂ ਸੰਗਤਾਂ ਤੁਹਾਨੂੰ ਦੇਖਦੀਆਂ, ਪਰ ਕੁਝ ਐਸੀ ਸਰਗਰਮੀਆਂ ਜਿਹੜੀਆਂ ਬਹੁਤ ਵੱਡੀ ਪੱਧਰ ਤੇ ਉਭਰੀਆਂ ਹੋਣ, ਜਿਹਦੇ ਕਰਕੇ ਤੁਹਾਨੂੰ ਪੁਲਿਸ ਦਾ ਤਸ਼ੱਦਦ ਵੀ ਸਹਿਣਾ ਪਿਆ, ਥਾਣਿਆਂ ਦੇ ਵਿੱਚ ਵੀ ਰਹਿਣਾ ਪਿਆ, ਪੁਲਿਸ ਹਿਰਾਸਤਾਂ ਵਿੱਚ ਵੀ ਰਹਿਣਾ ਪਿਆ। ਮੈਨੂੰ ਯਾਦ ਹੈ ਕਿ ਤੁਹਾਨੂੰ ਉਸ ਸਮੇਂ ਦੇ ਵਿੱਚ ਪੁਲਿਸ ਘਰੋਂ ਅੰਮ੍ਰਿਤ ਵੇਲੇ ਚੁੱਕ ਕੇ ਲੈ ਜਾਂਦੀ ਹੁੰਦੀ ਸੀ ਤਾਂ ਜੋ ਤੁਸੀਂ ਉਸ ਪੰਥਕ ਸਰਗਰਮੀ ਦੇ ਵਿੱਚ ਹਿੱਸਾ ਨਾ ਲੈ ਸਕੋ। ਕੁਝ 2-4 ਸਰਗਰਮੀਆਂ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ, ਅਸੀਂ ਦਿੱਲੀ ਦੇ ਵਿੱਚ ਸਾਨੂੰ ਅਰੈਸਟ ਕੀਤਾ ਗਿਆ ਸੀਗਾ। ਹਾਂਜੀ। ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਇਹਨਾਂ ਨੇ ਇੱਕ ਕਿਤਾਬ ਲਿਖੀ ਸੀ RSS ਵਾਲਿਆਂ ਨੇ। ਹਾਂਜੀ। ਤੇ ਉਹਦੇ ਵਿੱਚ ਕਲਗੀਧਰ ਪਾਤਸ਼ਾਹ ਦਾ ਵੀ ਇਹਨਾਂ ਨੇ ਦਿੱਤਾ ਸੀ ਕਿ ਉਹ ਗੁਰੂ ਗੋਬਿੰਦ ਸਿੰਘ ਕਹਿੰਦੇ ਸੀ ਵੀ ਉਹ ਇੱਕ ਅਲੱਗ ਤਰ੍ਹਾਂ ਦੇ ਵਿਅਕਤੀ ਸੀ, ਆਜ਼ਾਦ ਸੀ ਜਾਂ ਹਿੰਦੂ ਧਰਮ ਵਾਸਤੇ ਉਹਨਾਂ ਨੇ ਕੁਝ ਨਹੀਂ ਕੀਤਾ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਈਵਨ ਉਹਨਾਂ ਨੇ ਵਿੱਚ ਲਿਖਿਆ ਕਿ ਉਹ ਡਕੈਤ ਵੀ ਸਨ, ਚੋਰ ਵੀ ਸਨ। ਇਹ RSS ਨੇ ਸ਼ਰਾਰਤ ਕੀਤੀ ਸੀ ਤੇ ਜਿੱਥੇ ਬਹੁਤ ਜ਼ਿਆਦੀ ਸੰਗਤ ਇਕੱਤਰ ਹੋਈ ਸੀ ਜੰਤਰ ਮੰਤਰ ਤੇ। ਇਹ 2008 ਦੀ ਗੱਲ ਹੈ ਜੀ। ਹਾਂਜੀ। ਤੇ ਉੱਥੇ ਅਸੀਂ ਜਾ ਕੇ ਬੜਾ ਤਕੜਾ ਜਿਹੜਾ ਵਾ ਵੀ ਉਹਨਾਂ ਦਾ ਵਿਰੋਧ ਕੀਤਾ, ਪ੍ਰੋਟੈਸਟ ਕੀਤਾ, ਇੰਡੀਅਨ ਗਵਰਨਮੈਂਟ ਦੇ ਅਗੇਂਸਟ ਵੀ ਕੀਤਾ। ਉਹਨਾਂ ਨੂੰ ਦੱਸਿਆ ਵੀ ਕਿ ਇਸ RSS ਵਾਲਿਆਂ ਨੂੰ ਨੱਥ ਪਾਈ ਜਾਵੇ। ਤੇ ਉੱਥੇ ਸਾਨੂੰ ਘੱਟੋ ਘੱਟ 150 ਜਿਹੜਾ ਸੀਗਾ ਨੌਜਵਾਨ ਉਹਨਾਂ ਨੇ ਉੱਥੇ ਹਿਰਾਸਤ ਵਿੱਚ ਰੱਖਿਆ। ਚਲੋ ਭਾਵੇਂ ਉਹਨਾਂ ਨੇ ਸਾਨੂੰ ਬਾਅਦ ਵਿੱਚ ਛੱਡ ਦਿੱਤਾ, ਪਰ ਅਸੀਂ ਉਹ ਸਤਿਗੁਰਾਂ ਦੇ ਅਦਬ ਸਤਿਕਾਰ ਦੇ ਹੇਠ ਉੱਥੇ ਪਹਿਲੇ ਇਸ ਪ੍ਰੋਗਰਾਮ ਤੇ ਗਏ। ਫਿਰ 2009 ਦੇ ਵਿੱਚ ਲੁਧਿਆਣੇ ਵਿੱਚ ਆਸ਼ੂਤੋਸ਼ ਕਾਂਡ ਜਿਹੜਾ ਹੋਇਆ, ਹਾਂਜੀ, ਉਹਦੇ ਵਿੱਚ ਵੀ ਅਸੀਂ ਬਿਲਕੁਲ ਅਗਲੀ ਕਤਾਰ ਦੇ ਵਿੱਚ ਖੜੇ ਸੀ ਤੇ ਮੇਰੇ ਬਿਲਕੁਲ ਆ ਦਮਾਲੇ ਦੇ ਉੱਤੇ ਚੰਦ ਲੱਗਾ ਹੁੰਦਾ, ਚੰਦ ਤੋੜਾ ਇੱਥੋਂ ਬਿਲਕੁਲ ਗੋਲੀ ਨਿਕਲ ਕੇ ਗਈ ਕਿ ਸਤਿਗੁਰਾਂ ਨੇ ਆਪ ਰੱਖਿਆ। ਜਿਸ ਤਰ੍ਹਾਂ ਇਸ ਤਰ੍ਹਾਂ ਖਿਡਾਰੀ ਵੀ ਅਸੀਂ ਰਹੇ ਗੱਤਕੇ ਦੇ ਤੇ ਬੜੀ ਗੁਰੂ ਦੀ ਕਿਰਪਾ, ਗੁਰੂ ਰਾਮਦਾਸ ਪਾਤਸ਼ਾਹ ਦੀ ਰਹੀ ਕਿ ਚਲੋ ਉੱਥੇ ਜਿਸ ਤਰ੍ਹਾਂ ਭਾਈ ਦਰਸ਼ਨ ਸਿੰਘ ਲੋਹਾਰਾ ਜੀ ਆਪਣੇ ਸ਼ਹੀਦ ਹੋ ਗਏ, ਭਾਈ ਜਸਵਿੰਦਰ ਸਿੰਘ ਉਹਨਾਂ ਦੇ ਗੋਲੀ ਲੱਗ ਗਈ, ਉਹਨਾਂ ਨੂੰ ਕਿਸੇ ਨੇ ਚੁੱਕਿਆ ਨਹੀਂ। ਦਾਸ ਨੇ ਉਹਨਾਂ ਨੂੰ ਗਲੀ ਦੇ ਵਿੱਚੋਂ ਜਾ ਕੇ ਗੱਡੀ ਮੰਗਵਾਈ ਘਰ ਵਾਲਿਆਂ ਤੋਂ ਤੇ ਚੁੱਕ ਕੇ ਤੇ ਲੈ ਕੇ ਤੇ CMC ਹਸਪੀਟਲ ਦੇ ਵਿੱਚ ਅਸੀਂ ਪਹੁੰਚੇ ਦਾਸ। ਉਸ ਤੋਂ ਬਾਅਦ ਅਡਵਾਨੀ ਕਾਂਡ ਹੋਇਆ ਜਦੋਂ। ਅਡਵਾਨੀ ਦਾ ਆਪ ਜੀ ਭਲੀ ਭਾਂਤ ਜਾਣਦੇ ਹੋ। ਹਾਂਜੀ। ਅਡਵਾਨੀ ਦੇ ਨਾਲ ਜੋ ਵੀ ਅਸੀਂ ਉਹਦਾ ਪ੍ਰੋਟੈਸਟ ਕਰਕੇ ਵਿਰੋਧ ਕੀਤਾ, ਉਹਨੇ ਲਿਖਿਆ ਸੀਗਾ ਮਾਈ ਕੰਟਰੀ ਮਾਈ ਲਾਈਫ ਬੁੱਕ ਇੱਕ ਅਡਵਾਨੀ ਦੀ। ਉਹ 'ਚ ਕਹਿੰਦਾ ਮੇਰਾ ਦੇਸ਼ ਮੇਰਾ ਭਵਿੱਖ, ਜਿਸ ਵਿੱਚ ਉਹਨੇ ਲਿਖਿਆ ਸਾਫ਼-ਸਾਫ਼ ਕਿ ਇਹ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਅਟੈਕ ਨਹੀਂ ਸੀ ਕਰਦੀ, ਉਹ ਅਸੀਂ ਅਟੈਕ ਕਰਵਾਇਆ ਹੈ ਤੇ ਉਹ ਦਰਬਾਰ ਸਾਹਿਬ ਢਵਾਇਆ ਹੈ ਤੇ ਕੋਈ ਵੀ ਸਿੱਖ ਇਹ ਸੁਣ ਨਹੀਂ ਸਕਦਾ ਕਿ ਇੱਕ ਸਾਹਮਣੇ ਮੁਲਜ਼ਮ ਕਹਿੰਦਾ ਹੋਵੇ ਕਿ ਅਸੀਂ ਅਟੈਕ ਕਰਾਇਆ, ਦਰਬਾਰ ਸਾਹਿਬ ਢਵਾਇਆ, ਸਾਡੇ ਜਿੰਦ ਜਾਨ ਤੋਂ ਪਿਆਰਾ ਅਕਾਲ ਤਖਤ ਸਾਹਿਬ। ਅਸੀਂ ਉਸ ਦਾ ਵਿਰੋਧ ਕੀਤਾ। 18 ਬੰਦੇ ਅਰਦਾਸ ਕਰਕੇ ਤੁਰੇ, ਜਿਹਦੇ ਵਿੱਚੋਂ ਅਸੀਂ ਸਿਰਫ 3 ਬੰਦੇ ਉੱਥੇ ਰਹਿ ਗਏ। ਇੱਕ ਪੱਟੀ ਦੇ ਭਾਈ ਕੁਲਵੰਤ ਸਿੰਘ ਜੀ ਬਰਨਾਲਾ ਤੇ ਇੱਕ ਦਾਸ ਤੇ ਇੱਕ ਹੋਰ ਛੋਟਾ ਮੁੰਡਾ ਸੀਗਾ, ਉਸ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ, ਸਾਨੂੰ ਬਹੁਤ ਕੁੱਟਿਆ। ਕੁੱਟ ਕੇ ਬਾਅਦ ਚੋਂ ਕੋਤਵਾਲੀ ਥਾਣੇ ਬੰਦ ਕਰ ਦਿੱਤਾ ਜਾ ਕੇ। ਤੀਜੇ ਦਿਨ ਸਾਡੀ ਪੇਸ਼ੀ ਹੋਈ, ਬਹੁਤ ਸਾਨੂੰ ਮਤਲਬ ਉਹਨਾਂ ਨੇ ਟੌਰਚਰ ਕੀਤਾ। ਤੇ ਫਿਰ ਦਾਸ ਨੇ ਵੱਲੋਂ ਖਾਲਸਤਾਨੀ ਢਾਬਾ ਖੋਲ੍ਹਿਆ ਗਿਆ, ਜੋ ਕਿ ਬਿਲਕੁਲ ਜੀ ਖਾਲਸਤਾਨੀ ਢਾਬਾ ਖੋਲ੍ਹਿਆ। ਕਿੱਥੇ ਖੋਲ੍ਹਿਆ ਸੀ? ਇਹ ਅਜਨਾਲਾ ਰੋਡ ਤੇ, ਏਅਰਪੋਰਟ ਰੋਡ ਤੇ ਜੀ, ਪਲਾਹ ਸਾਹਿਬ ਰੋਡ ਗੁਰਦੁਆਰਾ ਸਾਹਿਬ ਹੈ ਨਾ। ਹਾਂਜੀ। ਕਦੋਂ ਦੀ ਗੱਲ? ਹਾਂਜੀ। ਤੇ ਇਹ ਵੀ 2009 ਦੇ ਵਿੱਚ ਅਸੀਂ ਖੋਲ੍ਹਿਆ ਸੀ ਜੀ। ਮੇਰੇ ਖਿਆਲ ਨਾਲ ਇਹ ਕੋਈ ਪਹਿਲਾ ਕੰਮ ਹੋਏਗਾ ਜਾਂ ਕਾਰੋਬਾਰ ਹੋਏਗਾ ਜਿਹੜਾ ਖਾਲਿਸਤਾਨ ਦੇ ਨਾਂ ਤੇ ਬਿਲਕੁਲ ਜੀ। ਪੂਰੇ ਇੰਡੀਆ ਵਿੱਚ, ਵਿਸ਼ਵ ਦੇ ਵਿੱਚ ਕੋਈ ਐਸੀ ਕੋਈ ਦੁਕਾਨ ਲਾ ਲਓ ਜਾਂ ਕੋਈ ਪੈਲਸ ਜਾਂ ਕੁਝ ਵੀ, ਈਵਨ ਕੋਈ ਵੀ ਮਤਲਬ ਉਹ ਜਿਹਾ ਕੋਈ ਪਲੇਸ ਨਹੀਂ ਹੈ ਵੀ ਜਿਹੜਾ ਇੱਥੇ ਖੁੱਲਿਆ ਹੋਵੇ ਖਾਲਿਸਤਾਨ ਦੇ ਨਾਂ ਤੇ। ਫਿਰ ਉਸ ਤੇ ਮੈਨੂੰ ਬੜਾ ਇਹਨਾਂ ਨੇ ਪਰੇਸ਼ਾਨ ਕੀਤਾ।
ਦੇ ਗਵਰਨਮੈਂਟ ਨੇ ਲਾ ਲਓ, CID ਵਾਲਿਆਂ ਨੇ ਲਾ ਲਓ, ਜੀ। ਤੇ ਬਾਅਦ ਵਿੱਚ ਉਹ ਸਾਨੂੰ ਚਲੋ ਅਸੀਂ ਘੱਟੋ ਘੱਟ ਨਹੀਂ 4 ਮਹੀਨੇ ਉਹ ਜਿਹੜਾ ਆਪਣਾ ਚੱਲਿਆ। ਅੱਛਾ ਜੀ। ਹਾਂਜੀ। ਤੇ ਫਿਰ ਪੁਲਿਸ ਤੁਹਾਨੂੰ ਕਾਫੀ ਤੰਗ ਪਰੇਸ਼ਾਨ ਕਰਦੀ ਰਹੀ ਕਿ ਬਿਲਕੁਲ ਜੀ। ਖਾਲਿਸਤਾਨ ਦੇ ਨਾਮ ਤੇ ਕਿਉਂ ਰੱਖਿਆ ਗਿਆ ਹੈ? ਬਿਲਕੁਲ ਬਿਲਕੁਲ ਭਾਈ ਸਾਹਿਬ ਜੀ, ਅੱਜ ਨਾਮ ਕੋਈ ਲੈਂਦਾ, ਉਸ ਸਮੇਂ ਨਾਮ ਕੋਈ ਲੈਂਦਾ ਸੀ ਤੇ ਉਸ ਨੂੰ ਨਹੀਂ ਸੀ ਛੱਡਦੇ। ਮੈਂ ਤਾਂ ਬਿਲਕੁਲ ਬਕਾਇਦਾ ਤੁਹਾਨੂੰ ਦਿਖਾਇਆ ਵੀ ਆ, ਬੋਰਡ ਲਾਏ ਸੀਗੇ ਵੱਡੇ ਵੱਡੇ, ਜੀ ਜੀ। ਤੇ ਉੱਤੇ ਲਿਖਿਆ ਸੀ ਖਾਲਿਸਤਾਨੀ ਢਾਬਾ, ਤੇ ਉਸੇ ਪਰੇਸ਼ਾਨ ਕੀਤਾ ਗਿਆ। ਫਿਰ ਅਡਵਾਨੀ ਦੀ ਰਥ ਯਾਤਰਾ ਰੋਕੀ, ਉਹਦੇ 'ਚ ਵੀ ਹੋਇਆ। ਤੇ ਭਾਈ ਰਾਜੋਆਣਾ ਦੀ ਜਦੋਂ ਫਾਂਸੀ ਹੋਈ ਹੈ, 350-400 ਸਰੀਰ ਤੁਸੀਂ ਦੇਖਿਆ ਸੀ, ਨਾਲ ਸੀ ਸਾਡੇ, ਤੇ ਅਸੀਂ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਇਹ ਕੀਤਾ, ਔਰ ਜਥੇਦਾਰਾਂ ਨੂੰ ਵੀ ਅਸੀਂ ਬਿਲਕੁਲ ਲਾਹਨਤਾਂ ਪਾਈਆਂ। ਮੈਨੂੰ ਯਾਦ ਹੈ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਜਦੋਂ ਮਾਮਲਾ ਉੱਠਿਆ ਸੀ, ਉਦੋਂ ਜਦੋਂ ਜਥੇਦਾਰਾਂ ਦੀ ਮੀਟਿੰਗ ਹੋ ਰਹੀ ਸੀ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਕੱਤਰੇਤ, ਤੇ ਕੋਈ ਵੀ ਜਿਹੜਾ ਸਖਤ ਫੈਸਲਾ ਸੀ ਉਹ ਜਥੇਦਾਰਾਂ ਵੱਲੋਂ ਨਹੀਂ ਲਿਆ ਜਾ ਰਿਹਾ ਨਹੀਂ ਸੀ ਲਿਆ ਜਾ ਰਿਹਾ। ਸੰਗਤਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਸੀ ਕਿ ਕਦੇ ਇੱਧਰਲੇ ਪਾਸੇ ਚਲੇ ਜਾਓ, ਕਦੇ ਇੱਧਰਲੇ ਪਾਸੇ ਚਲੇ ਜਾਓ। ਪਰ ਉਦੋਂ ਤੁਸੀਂ ਕਾਫੀ ਸੰਗਤਾਂ ਨੂੰ ਨਾਲ ਲੈ ਕੇ, ਸਿੰਘਾਂ ਨੂੰ ਨਾਲ ਲੈ ਕੇ ਤੇ ਜਥੇਦਾਰਾਂ ਦਾ ਵੀ ਵਿਰੋਧ ਕੀਤਾ ਸੀ। ਬਿਲਕੁਲ ਕੋਈ ਡਟਵਾਂ ਜਿਹੜਾ ਸਟੈਂਡ ਆ ਉਹ ਭਾਈ ਸਾਹਿਬ ਦੀ ਫਾਂਸੀ ਦੇ ਬਾਰੇ ਲਿਆ ਜਾਵੇ, ਫਾਂਸੀ ਰੁਕਵਾਈ ਜਾਵੇ। ਅਤੇ ਉਸੇ ਦਿਨ ਹੀ ਭਾਈ ਦਿਲਾਵਰ ਸਿੰਘ ਜੀ ਨੂੰ ਬਾਅਦ ਵਿੱਚ ਕੌਮੀ ਸ਼ਹੀਦ ਐਲਾਨਿਆ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ। ਬਿਲਕੁਲ ਜੀ, ਐਲਾਨਿਆ ਗਿਆ ਸੀਗਾ। 1 ਵਜੇ ਦਾ ਟਾਈਮ ਸੀਗਾ ਇਹਨਾਂ ਦਾ, ਜੋ ਵੀ ਇਹਨਾਂ ਨੇ ਹੁਕਮ ਦੇਣਾ ਸੀਗਾ, ਜਥੇਦਾਰਾਂ ਨੇ ਕੌਮ ਨੂੰ ਸੰਦੇਸ਼ ਦੇਣਾ ਸੀ, ਪਰ ਉਹ ਨਹੀਂ ਦਿੱਤਾ ਗਿਆ। ਸ਼ਾਮਾਂ ਦੇ 5 ਵੱਜ ਗਏ, ਔਰ ਅਸੀਂ ਫਿਰ ਇੱਕ ਪੂਰੇ ਇਕੱਤਰ ਹੋ ਕੇ ਸਿੰਘਾਂ ਨੇ ਜਥੇਦਾਰਾਂ ਦੇ ਬਿਲਕੁਲ ਦਰਵਾਜ਼ੇ ਅੱਗੇ ਜਾ ਕੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਭਲੀ ਭਾਂਤ ਜਾਣਦੇ ਹੋ ਤੁਸੀਂ ਕਿ ਤੁਹਾਡਾ ਅਡਵਾਨੀ ਜਿਹੜਾ ਤੁਹਾਡਾ ਪਿਓ ਆਇਆ ਹੈ, ਤੇ ਤੁਸੀਂ ਭਾਈ ਸਾਹਿਬ ਦੀ ਫਾਂਸੀ ਦੇ ਜੋ ਵੀ ਤੁਹਾਡੇ ਕੋਲ ਆਦੇਸ਼ ਆਏ ਨੇ, ਤੁਹਾਡੇ ਆਕਾ ਪ੍ਰਕਾਸ਼ ਸਿੰਘ ਬਾਦਲ ਦੇ ਜਾਂ ਅਡਵਾਨੀ ਹੋਣਾ ਦੇ, ਤੁਸੀਂ ਉਹੋ ਹੀ ਸਾਨੂੰ ਦੱਸ ਤੇ ਦਿਓ ਵੀ ਹੈ ਕੀ ਆ, ਮਸਲਾ ਕੀ ਆ। ਤੇ ਇਹਨਾਂ ਨੇ ਬਿਲਕੁਲ ਸ਼ਾਮਾਂ ਜਦੋਂ ਪਈਆਂ ਨੇ, ਉਦੋਂ ਫਿਰ ਇਹਨਾਂ ਨੇ ਜੋ ਵੀ ਸੰਦੇਸ਼ ਜਾਰੀ ਕੀਤੇ। ਫਿਰ ਦੂਸਰੇ ਦਿਨ ਭਾਈ ਦਿਲਾਵਰ ਸਿੰਘ ਜੀ ਨੂੰ ਇਹਨਾਂ ਨੇ ਜਿਹੜਾ ਕੌਮੀ ਸ਼ਹੀਦ ਦਾ ਦਰਜਾ ਦਿੱਤਾ, ਜਿੰਦਾ ਸ਼ਹੀਦ ਦਾ। ਤੇ ਦੂਸਰਾ, ਅਸੀਂ ਅੱਜ ਤੱਕ ਵੀ ਬਿਲਕੁਲ ਨਿਰੰਤਰ ਸਾਰੀ ਸਿੱਖ ਕੌਮ ਦੇ ਨਾਲ ਖੜੇ ਹਾਂ ਜੀ। ਤੇ ਮੈਂ ਕਦੀ ਕਿਸੇ ਨੂੰ ਇਹ ਨਹੀਂ ਕਿਹਾ ਵੀ ਆ ਦਲ ਖਾਲਸਾ ਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ, ਅਕਾਲੀ ਦਲ ਆ। ਸਾਡੇ ਵਾਸਤੇ ਜਿਹੜੇ ਸਿੱਖ ਦੇ ਸਿਰ ਤੇ ਦਸਤਾਰ ਆ, ਉਹ ਸਾਨੂੰ ਉਹਦੇ ਚੋਂ ਸਾਨੂੰ ਕਲਗੀਧਰ ਪਾਤਸ਼ਾਹ ਹੀ ਨਜ਼ਰ ਆਉਂਦੇ ਆ। ਭਾਈ ਸਾਹਿਬ, ਇੱਕ ਸਮਾਂ ਇਦਾਂ ਦਾ ਵੀ ਵਿੱਚ ਆਇਆ 2-3 ਸਾਲ ਕਿ ਤੁਸੀਂ ਪੰਥਕ ਸਰਗਰਮੀਆਂ ਤੋਂ ਬਿਲਕੁਲ ਪਾਸੇ ਜਿਹੇ ਹੋ ਗਏ ਸੀ, ਤੁਸੀਂ ਪੰਥਕ ਸਰਗਰਮੀਆਂ ਦੇ ਵਿੱਚ ਸੰਗਤਾਂ ਨੂੰ ਦਿਸੇ ਨਹੀਂ। ਉਹਦਾ ਕੀ ਕਾਰਨ ਸੀ? ਉਹਦਾ ਕਾਰਨ ਜੀ ਤੁਹਾਨੂੰ ਪਤਾ ਹੀ ਹੈ, ਕੋਈ ਆਪਣੇ ਘਰਾਂ ਦੀਆਂ ਵੀ ਥੋੜ੍ਹੀਆਂ ਜਿਹੀਆਂ ਸਾਡੀਆਂ ਸੀਗੀਆਂ ਮਜਬੂਰੀਆਂ ਜੀ। ਉਹਦੇ ਕਾਰਨ ਚਲੋ ਮਹਾਰਾਜ ਨੇ ਇੱਥੇ ਕਿਰਤ ਕਰਦਾ ਦਾਸ ਪ੍ਰੋਫੈਸ਼ਨਲੀ ਡਰਾਈਵਰ ਆ ਜੀ, ਤੇ ਹੁਣ ਵੀ ਮੇਰੀ ਗੱਡੀ ਇੱਥੇ ਲੱਗੀ ਹੋਈ ਹੈ, ਤੇ ਮੈਂ ਇੱਥੇ ਲਾਗੇ ਜਿਸ ਤਰ੍ਹਾਂ ਬਾਰਡਰ ਜਾਣਾ ਜਾਂ ਗੋਂਦਵਾਲ ਸਾਹਿਬ ਦੇ ਦਰਸ਼ਨ ਕਰਵਾਉਣੇ ਸੰਗਤਾਂ ਨੂੰ, ਉਹ ਕਾਰ ਟੈਕਸੀ ਹੈ ਮੇਰੇ ਕੋਲ ਚਲਾਈ ਦੀ ਹੈ। ਪਹਿਲਾਂ ਮੈਂ ਟਰੱਕ ਚਲਾਉਂਦਾ ਰਿਹਾ, ਫਿਰ ਚਲੋ ਕੋਈ ਸੱਜਣ ਦੇ ਬਦੌਲਤ ਮੈਂ ਚਲਿਆ ਗਿਆ ਬਾਹਰ, ਮਲੇਸ਼ੀਆ ਗਿਆ ਸੀਗਾ। ਉੱਥੇ ਜਾ ਕੇ ਦਾਸ ਨੇ ਡਰਾਈਵਰੀ ਵੀ ਕਰਕੇ ਆਇਆ, ਸਿਕਿਉਰਿਟੀ ਗਾਰਡ ਦੀ ਨੌਕਰੀ ਕੀਤੀ ਆ। ਤੇ ਅੱਜ ਤੱਕ ਕਦੀ ਵੀ ਕੋਈ ਵੀ ਆ ਕੇ ਸਾਨੂੰ ਕਹਿ ਦੇਵੇ ਕਿ ਇਹਨਾਂ ਨੇ ਜਿਹੜਾ ਵੀ ਕੌਮ ਦਾ ਕੋਈ ਕੰਮ ਕੀਤਾ, ਸਾਡੇ ਕੋਲ ਕੋਈ ਮਾਇਆ ਲਈ ਹੈ ਜਾਂ ਪੁੱਛ ਲਿਆ। ਤੇ ਈਵਨ ਇੱਥੋਂ ਤੱਕ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲੈ ਕੇ ਅਰਦਾਸ ਇਹੋ ਕੀਤੀ ਸੀ ਕਿ ਸਤਿਗੁਰੂ, ਜੇ ਮੈਂ ਕਿਤੇ ਪਾਠ ਵੀ ਕਰਨ ਜਾਂਦਾ ਜਾਂ ਸਹਿਜ ਪਾਠ ਕਰਦਾ ਜਾਂ ਅਰਦਾਸ ਕਰਦਾ, ਮੈਂ ਕਦੀ ਭੇਟਾ ਨਹੀਂ ਲਈ ਭਾਈ ਸਾਹਿਬ ਜੀ। ਜੀ ਠੀਕ ਹੈ ਜੀ। ਦਾਸ ਨੇ ਕਦੀ ਬਾਣੀ ਵੇਚੀ ਨਹੀਂ ਗਈ, ਮੈਂ ਕਦੀ ਨਿਸ਼ਕਾਮ ਤੌਰ ਤੇ ਸੇਵਾ ਕੀਤੀ ਆ। ਇੱਕ ਮੇਰੇ ਭਾਈ ਬਲਦੇਵ ਸਿੰਘ ਜੀ ਦਿੱਲੀ ਤੋਂ ਖੰਡ ਕੀਰਤਨੀ ਜਥੇ ਦੇ ਸਾਡੇ ਉਸਤਾਦ ਵੀ ਉਹਨਾਂ ਨੂੰ ਅਸੀਂ ਕਹਿੰਦੇ ਆ, ਪਿਤਾ ਸਮਾਨ ਨੇ ਸਾਡੇ ਪਿਤਾ ਜੀ ਵੀ ਕਹਿੰਦੇ ਆ। ਉਹਨਾਂ ਦੀ ਬਹੁਤ ਵੱਡੀ ਦੇਣ ਆ ਜੀ ਸਾਨੂੰ ਇੱਧਰ ਗੁਰੂ ਗ੍ਰੰਥ ਸਾਹਿਬ ਜੀ ਵੱਲ ਪ੍ਰੇਰਿਤ ਕਰਨ ਦੀ। ਜੀ ਸਤਿਗੁਰੂ ਉਹਨਾਂ ਨੂੰ ਦੇਹ ਰੋਗਤਾ ਦੇ ਦਾਨ ਬਖਸ਼ਿਸ਼ ਕਰਨ, ਬਹੁਤ ਚੜ੍ਹਦੀ ਕਲਾ ਵਾਲੇ ਨੇ ਉਹ। ਜੀ ਭਾਈ ਸਾਹਿਬ, ਤੁਸੀਂ ਮੋਰਚੇ ਤੇ ਕਾਫੀ ਦਿਨਾਂ ਤੋਂ ਡਟੇ ਹੋਏ ਹੋ, ਇਸ ਸਮੇਂ ਮੋਰਚੇ ਦੇ ਕੀ ਹਾਲਾਤ ਆ? ਮੋਰਚੇ ਤੇ ਦਾਸ ਜੀ, ਮੈਂ ਜਦੋਂ ਇੱਥੇ ਅੰਮ੍ਰਿਤਸਰ ਸਾਹਿਬ ਹੁੰਦਾ, ਰਾਤ ਨੂੰ ਅੰਦਰ ਸੇਵਾ ਤੇ ਵੀ ਜਾਈਦਾ ਮਹਾਰਾਜ ਦੀ ਕਿਰਪਾ ਦੇ ਨਾਲ। ਤੇ ਉਸ ਦਿਨ ਜਦੋਂ ਮੋਰਚਾ ਲੱਗਣਾ ਸੀ, ਸਾਨੂੰ ਪਤਾ ਸੀ, ਤੇ ਮੈਂ ਸਵੇਰੇ ਹੀ ਸਿਰਲੱਥ ਖਾਲਸਾ ਜਥਾ ਜਿਹੜਾ ਆਇਆ ਭਾਈ ਦਿਲਬਾਗ ਸਿੰਘ ਜੀ ਹੁਣਾਂ ਵਾਲਾ, ਭਾਈ ਗੋਪਾਲਾ ਜੀ ਸਾਡੇ ਬੜੇ ਪੁਰਾਣੇ ਮਿੱਤਰ ਆ, ਉਹ ਵੀ ਸਾਨੂੰ ਮਿਲੇ। ਤੇ ਉਹਨਾਂ ਕਿਹਾ, ਬੜੇ ਖੁਸ਼ ਹੋਏ ਵੇਖ ਕੇ, ਕਹਿੰਦੇ 3-4 ਸਾਲਾਂ ਬਾਅਦ ਮਿਲਿਆ ਯਾਰ, ਬਾਦ ਸਿੰਘ ਕਿੱਥੇ ਗਿਆ ਸੀ ਤੂੰ? ਮੈਂ ਕਿਹਾ ਜੀ ਚਲੋ ਕਿਰਤ ਬਿਰਤ ਕਰਦੇ ਫਿਰਦੇ ਸੀਗੇ, ਜੋ ਦੁਨਿਆਵੀ ਕੰਮ ਉਹ ਵੀ ਕਰਨੇ ਪੈਣੇ ਆ। ਤੇ ਫਿਰ ਉਹਨਾਂ ਨਾਲ ਸਵੇਰੇ 7 ਵਜੇ ਅਸੀਂ ਅਕਾਲ ਤਖਤ ਸਾਹਿਬ ਪਹੁੰਚੇ ਆ, ਤੇ 8 ਵਜੇ ਉੱਥੇ ਅਰਦਾਸ ਕੀਤੀ ਹੈ ਭਾਈ ਸਾਹਿਬ ਜੀ। ਜੀ ਠੀਕ ਹੈ ਜੀ। 8 ਵਜੇ
ਦਾਸ ਤੋਂ ਅਰਦਾਸ ਕਰਵਾਈ ਇਹਨਾਂ ਨੇ ਭਾਈ ਦਿਲਬਾਗ ਸਿੰਘ ਜੀ ਹੁਣਾਂ ਨੇ ਮੋਰਚੇ ਦੀ ਆਰੰਭਤਾ ਦੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ। ਤੇ ਉਸ ਦਿਨ ਤੋਂ ਨਿਰੰਤਰ 14 ਤਰੀਕ ਤੋਂ ਲੈ ਕੇ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਕਿ ਸਤਿਗੁਰੂ ਜਿੰਨਾ ਚਿਰ ਇਹ ਮੋਰਚਾ ਫਤਿਹ ਨਹੀਂ ਹੋ ਜਾਂਦਾ ਉਹਨਾਂ ਚਿਰ ਅਸੀਂ ਇੱਥੇ ਡਟ ਕੇ ਰਵਾਂਗੇ। ਜੋ ਵੀ ਜੇ ਸਾਨੂੰ ਕੁੱਟਦੇ ਮਾਰਦੇ ਵੀ ਆ ਫਿਰ ਵੀ ਅਸੀਂ ਡਟ ਕੇ ਜਿੰਨਾ ਚਿਰ ਉਹਨਾਂ ਦੋਸ਼ੀਆਂ ਤੇ ਪਰਚੇ ਨਹੀਂ ਹੁੰਦੇ ਜਿਨ੍ਹਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਾਤਸ਼ਾਹ ਜੀ ਦੇ ਅੰਗਾਂ ਦੀ ਨਰਾਦਰੀ ਕੀਤੀ ਆ। ਕਿਉਂਕਿ ਜਾਗਤ ਜੋਤ ਨੇ ਸਤਿਗੁਰੂ ਜਾਗਤਾ ਹੈ ਦੇਵ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰੂ ਤੇ ਸਭਨਾਂ ਦਾ ਭਲਾ ਕਰਦੇ ਨੇ, ਪਰ ਪਤਾ ਨਹੀਂ ਕੋਈ ਲਾਲਚੀ ਬੰਦੇ ਨੇ ਵਿੱਚ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪਾਂ ਨੂੰ ਇੱਧਰ ਉੱਧਰ ਕੀਤਾ ਆ। ਅਸੀਂ ਤਾਂ ਸਾਡੀ ਬੇਨਤੀ ਆ ਕਿ ਸਤਿਗੁਰੂ ਉਹਨਾਂ ਨੂੰ ਵੀ ਸਮਤ ਬਖਸ਼ੇ ਮਤ ਬਖਸ਼ੇ ਵਾਪਸ ਆਪਣੇ ਘਰ ਆਪਣੇ ਸਿੱਖ ਕੌਮ ਦੇ ਵਿੱਚ ਆ ਕੇ ਬੈਠਣ। ਤੇ ਸਾਡੀ ਜਿਹੜੀ ਮੇਨ ਬੇਨਤੀ ਹੈ ਜੀ ਉਹ ਸਾਡੀ ਇਹ ਹੈ ਕਿ ਸਾਨੂੰ ਆਪਣਾ ਘਰ ਜਿਹੜਾ ਸਿੱਖਾਂ ਦਾ ਅਸੀਂ ਆਜ਼ਾਦੀ ਚਾਹੁੰਦੇ ਹਾਂ। ਜਿੰਨਾ ਚਿਰ ਹਰਿਮੰਦਰ ਸਾਹਿਬ ਇਸ RSS ਦੀ ਜੁੰਡਲੀ ਤੋਂ ਆਜ਼ਾਦ ਨਹੀਂ ਹੁੰਦਾ ਉਹਨਾਂ ਚਿਰ ਸਿੱਖ ਕੌਮ ਆਜ਼ਾਦ ਨਹੀਂ ਹੋ ਸਕਦੀ। ਜੀ ਤੇ ਭਾਈ ਸਾਹਿਬ ਅੰਤ ਤੇ ਤੁਸੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੋਰਚੇ ਪ੍ਰਤੀ ਜਾਂ ਹੋਰ ਕੋਈ ਸਿੱਖੀ ਪ੍ਰਤੀ ਕੀ ਕਹਿਣਾ ਚਾਹੋਗੇ? ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਵਿੱਚ ਦਾਸ ਵਿਚਰ ਕੇ ਵੀ ਮੈਂ ਆਇਆ ਵਾਂ। ਥਾਈਲੈਂਡ ਦੇ ਵਿੱਚ ਵੀ ਰਹੇ ਆ। ਉੱਥੇ ਘਰ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਏ ਨੇ। ਬੜੀ ਸ਼ਰਧਾ ਦੇ ਨਾਲ ਉਹ ਬਾਣੀ ਪੜ੍ਹਦੇ ਤੇ ਕੀ ਉਹ ਸੁਣਦੇ ਬੜੇ ਪ੍ਰੇਮ ਦੇ ਨਾਲ ਆ ਬਾਣੀ। ਤੇ ਮਲੇਸ਼ੀਆ ਦੇ ਵਿੱਚ 180 ਗੁਰਦੁਆਰੇ ਨੇ, ਉਹ ਸਾਰਿਆਂ ਦੇ ਦਾਸ ਨੇ ਇਵਨ ਦਰਸ਼ਨ ਕੀਤੇ ਨੇ। ਤੇ ਬਹੁਤ ਗੁਰੂ ਸਾਹਿਬ ਦੀ ਉੱਥੇ ਅਦਬ ਸਤਿਕਾਰ ਹੁੰਦਾ, ਚਾਹੇ ਉਹ ਨੌਨ ਸਿੱਖ ਮੋਨੇ ਨੇ ਜਾਂ ਕੋਈ ਦੂਜੇ ਆਪਣੇ ਹਿੰਦੂ ਭਰਾ ਨੇ ਜਾਂ ਇਵਨ ਮੁਸਲਮਾਨ ਵੀ ਉੱਥੇ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਮੰਨਦੇ ਨੇ, ਗੁਰੂ ਘਰਾਂ ਦੇ ਵਿੱਚ ਆਉਂਦੇ ਨੇ, ਨਮਸਤਕ ਹੁੰਦੇ ਨੇ। ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 2015 ਜਿਹੜੀ ਬੇਅਦਬੀ ਹੋਈ ਆ ਉਹਦੇ ਵਿੱਚ ਮਲੇਸ਼ੀਆ ਅਸੀਂ ਗਏ ਸੀ। ਮਲੇਸ਼ੀਆ ਵੀ ਪ੍ਰੋਟੈਸਟ ਕੀਤਾ ਗਿਆ ਇੰਡੀਅਨ ਐਮਬੈਸੀ ਦੇ ਅੱਗੇ ਤੇ ਉਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ। ਸਿੰਗਾਪੁਰ ਤੋਂ ਵੀ ਸੰਗਤ ਆਈ, ਮਲੇਸ਼ੀਆ ਤੋਂ, ਇੰਡੋਨੇਸ਼ੀਆ ਤੋਂ। ਤੇ ਮਤਲਬ ਉਹ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਸੰਗਤਾਂ ਉਹਨਾਂ ਦੇ ਚਰਨਾਂ 'ਚ ਇਹੋ ਬੇਨਤੀ ਆ ਕਿ ਆਪ ਬਹੁਤ ਚੜ੍ਹਦੀ ਕਲਾ ਵਾਲੇ ਸਿੱਖ ਹੋ ਤੇ ਪੰਜਾਬ ਜਿਹੜਾ ਇਹ ਸਾਡੇ ਤੋਂ ਖੁੱਸ ਨਾ ਜਾਵੇ। ਤੇ ਤੁਸੀਂ ਇੰਨਾ ਕੁ ਉਪਰਾਲਾ ਰੱਖਿਓ ਕਿ ਆਪ ਬਾਣੀ ਤੇ ਬਾਣੇ ਦੇ ਵੀ ਬਹੁਤ ਧਾਰਨੀ ਸਿੱਖ ਉੱਥੇ ਬੈਠੇ ਪੱਕੇ ਸੱਚੇ ਸੁੱਚੇ ਸਿੱਖ। ਕਈ ਜਿਹੜੇ ਮੋਨੇ ਵੀਰ ਵੀ ਨੇ ਉਹਨਾਂ ਅੰਦਰ ਵੀ ਬੜਾ ਦਰਦ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਸਤੇ, ਗੁਰੂ ਦੇ ਸਿੱਖਾਂ ਵਾਸਤੇ ਵੀ। ਅੱਜ ਮੈਂ ਰੋਜ਼ ਅਰਦਾਸ ਜਦੋਂ ਕਰਦਾ ਨਿਤਨੇਮ ਦੀ ਉੱਚ ਇਹੋ ਅਰਦਾਸ ਕਰੀਦੀ ਆ, ਪੁਰਾਤਨ ਅਤੇ ਵਰਤਮਾਨ ਜਿੰਨੇ ਵੀ ਸ਼ਹੀਦ ਹੋਏ ਨੇ ਜਾਂ ਸਿੰਘ ਜੇਲ੍ਹਾਂ ਵਿੱਚ ਬੰਦ ਨੇ, ਭਾਈ ਜਗਤਾਰ ਸਿੰਘ ਜੀ ਹਵਾਰਾ, ਭਾਈ ਰਾਜੋਆਣਾ ਜੀ, ਭਾਈ ਤਾਰਾ ਜੀ, ਜੱਗੀ ਜੋਲ ਵਰਗੇ ਜਿੰਨੇ ਬੇਦੋਸ਼ੇ ਸਿੰਘ ਜਿਹੜੇ ਇਹਨਾਂ ਨੇ ਬੰਦ ਕੀਤੇ ਹੋਏ ਨੇ, ਹੋਰ ਜਿਨ੍ਹਾਂ ਤੇ ਜੋ ਐਪੀ ਲਾਈ ਇਹਨਾਂ ਨੇ ਬੱਚਿਆਂ ਤੇ, ਉਹਨਾਂ ਨੂੰ ਸਤਿਗੁਰੂ ਦੇ ਰੋਗਤਾ ਦੇ ਦਾਨ ਬਖਸ਼ਣ ਤੇ ਛੇਵੇਂ ਪਾਤਸ਼ਾਹ ਬੰਦੀ ਛੋੜ ਦਤਾਰ ਪਿਤਾ ਉਹਨਾਂ ਨੂੰ ਬੰਦੀ ਮੁਕਤ ਕਰਨ। ਇਹੋ ਅਰਦਾਸ ਰੋਜ਼ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਰੀਦੀ ਆ। ਇੱਥੋਂ ਤੱਕ ਤੁਸੀਂ ਵੇਖ ਲਿਆ ਕਿ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਸਿੰਘਾਂ ਦੀਆਂ ਤੇ ਹਲੇ ਤੱਕ ਵੀ ਸਮੇਂ ਦੀ ਸਰਕਾਰ ਵੱਲੋਂ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਇਹ ਨਾ ਛਡਾਉਣ ਦੇ ਵਿੱਚ ਹੱਥ ਜ਼ਿਆਦਾ ਸਾਡੇ ਆਪਣੇ ਹੀ ਲੀਡਰਸ਼ਿਪ ਜਿਹੜੀ ਹੈ, ਤੁਸੀਂ ਭਲੀ ਭਾਂਤ ਜਾਣਦੇ ਹੋ, ਚਾਹੇ ਉਹ ਕਾਂਗਰਸ ਦੇ ਆ ਚਾਹੇ ਉਹ ਬਾਦਲ ਪਰਿਵਾਰ ਦੇ ਆ, ਤੇ ਇਹ ਉਹਨਾਂ ਨੂੰ ਬਿਲਕੁਲ ਬਾਹਰ ਨਹੀਂ ਆਉਣ ਦਿੰਦੇ। ਸਾਡੀਆਂ ਅਰਦਾਸਾਂ ਨੇ ਵਿਦੇਸ਼ਾਂ ਦੇ ਵਿੱਚ ਸੰਗਤਾਂ ਵੀ ਜਿਹੜੀਆਂ ਬੈਠੀਆਂ ਇਹੋ ਅਰਦਾਸ ਕਰੋ ਕਿ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੀ ਹੋਵੋ ਜੋਰੀ ਗੁਰਮੁਖ ਬੈਸੋ ਸਫਾ ਵਿਛਾਏ। ਭਾਈ ਰਣਜੀਤ ਸਿੰਘ ਜੀ ਇਹ ਭਚੰਗ ਸਿੰਘ ਸੀਗੇ ਜਦੋਂ ਦੇ ਅਸੀਂ ਸੰਘਰਸ਼ ਦੇ ਵਿੱਚ ਲੱਗੇ ਹੋਏ ਆ। ਬੜਾ ਇਹਨਾਂ ਦਾ ਪ੍ਰੇਮ ਆ ਗੁਰੂ ਨਾਲ, ਗੁਰਬਾਣੀ ਦੇ ਨਾਲ। ਪਿੰਡ ਪਿੰਡ ਜਾ ਕੇ ਥਾਂ ਜਾ ਕੇ ਗੁਰਸਿੱਖੀ ਨੂੰ ਪ੍ਰਫੁੱਲਤ ਕਰ ਰਹੇ ਨੇ। ਪ੍ਰਫੁੱਲਤ ਇਹੋ ਕਰ ਰਹੇ ਨੇ ਕਿ ਆਪਣੇ ਜੋ ਸ਼ਹੀਦ ਹੋਏ ਨੇ ਉਹਨਾਂ ਦੀ ਦਾਸਤਾਨ ਸਾਰੀ ਇਹ ਆਪ ਸਭ ਸੰਗਤਾਂ ਦੇ ਅੱਗੇ ਰੱਖਦੇ ਨੇ। ਅੱਗੇ ਸੰਗਤਾਂ ਦਾ ਬੜਾ ਸਹਿਯੋਗ ਹੈ। ਆਪ ਆਪਣੇ ਸਹਿਯੋਗ ਦੇ ਨਾਲ ਉਹਨਾਂ ਸੂਰਬੀਰ ਯੋਧਿਆਂ ਦੇ ਪਰਿਵਾਰਾਂ ਦੀ ਵੀ ਸੇਵਾ ਕਰਦੇ ਹੋ, ਸੇਵਾ ਸੰਭਾਲ ਕਰਦੇ ਹੋ। ਸਤਿਗੁਰੂ ਤੁਹਾਨੂੰ ਵੀ ਚੜ੍ਹਦੀਆਂ ਕਲਾ ਵਿੱਚ ਰੱਖਣ। ਵਿਦੇਸ਼ਾਂ ਦੀਆਂ ਸੰਗਤਾਂ ਮੈਂ ਆਪ ਵੇਖ ਕੇ ਆਇਆ। ਭਾਈ ਸਾਹਿਬ ਜੀ ਬਹੁਤ ਚੰਗੇ ਇਨਸਾਨ ਨੇ ਤੇ ਗੁਰੂ ਦੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪ੍ਰੇਮ ਪਿਆਰ ਹੈ। ਭਾਈ ਸਾਹਿਬ ਦੇਸ਼ ਵਿਦੇਸ਼ ਦੇ ਕਿਸੇ ਗੁਰਮੁਖ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਤੇ ਤੁਹਾਡਾ ਫੋਨ ਨੰਬਰ ਕੀ ਹੈ ਜੀ? ਮੇਰਾ ਫੋਨ ਨੰਬਰ ਹੈਗਾ ਜੀ 9311
ਜੀ 64 77 69 93 11 64 77 69 69 ਜੀ। ਸੋ ਇਹ ਸਨ ਭਾਈ ਸਾਹਿਬ ਭਾਈ ਬਾਜ ਸਿੰਘ ਜੀ, ਜਿਨ੍ਹਾਂ ਨੇ ਆਪਣੇ ਦਿਲ ਦੇ ਜਜ਼ਬਾਤ, ਦਿਲ ਦੀਆਂ ਭਾਵਨਾਵਾਂ, ਸਿੱਖੀ ਪ੍ਰਤੀ ਮੋਹ ਅਤੇ ਆਪਣੇ ਪਰਿਵਾਰਕ ਅਤੇ ਪੰਥਕ ਜਿਹੜੀ ਜ਼ਿੰਮੇਵਾਰੀ ਹੈ, ਪੰਥਕ ਸੇਵਾਵਾਂ ਆ, ਉਹ ਸਾਡੇ ਨਾਲ ਅੱਜ ਦੀ ਗੱਲਬਾਤ ਦੌਰਾਨ ਸਾਂਝੀਆਂ ਕੀਤੀਆਂ ਨੇ। ਸੋ ਇੱਥੇ ਹੀ ਆਪਾਂ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟਮੈਂਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਐਸਟੇਟ ਵਿੱਚ ਮਾਹਰ ਹਾਂ। ਪ੍ਰੋਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਐਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸਵੀਟ ਨੰਬਰ 204, ਹਿਊਸਟਨ, ਟੈਕਸਾਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼।